ਇੱਥੇ ਗਵਰਨਰ ਸਾਹਿਬ ਦਾ ਫੈਸਲਾ ਸਰਾਸਰ ਗਲਤ ਹੈ। ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ। ਜੇ ਹਿੱਤ ਵਿੱਚ ਹੁੰਦਾ ਤਾਂ ਫਿਰ ਉਹਨਾਂ ਨੇ ਆਪਣਾ ਹਿੱਤ, ਆਪਣੀ ਈਗੋ ਦਾ ਹਿੱਤ ਵੇਖਿਆ ਜਾਂ ਕੀ ਵੇਖਿਆ? ਇਹ ਇੱਕ ਬੜੇ ਵੱਡੇ ਸਵਾਲ ਪੈਦਾ ਕਰ ਗਿਆ। ਜੇ ਇਹੋ ਜਿਹੇ ਤੰਤਰ ਮੰਤਰ ਵਜਦੇ ਰਹਿਣਗੇ ਤੇ ਫਿਰ ਸਾਡੀ ਜਿਹੜੀ ਲੋਕਤੰਤਰਿਕ ਅਵਸਥਾ ਉਹ ਕਿੱਥੇ ਖੜੀ ਹੈ? ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਰਹੇਗਾ। ਜੇ ਇਹ ਕਿਹਾ ਜਾਏ ਤਾਂ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਨੇ ਇਸ ਚੀਜ਼ ਦੇ ਉੱਤੇ ਕਿ ਕਾਉਂਸਲ ਆਫ ਮਿਨਿਸਟਰ ਤੇ ਚੀਫ ਮਿਨਿਸਟਰ ਦੀ ਐਡਵਾਈਸ ਨੂੰ ਗਵਰਨਰ ਸਾਹਿਬ ਅੱਖੋਂ ਪਰੋਖੇ ਨਹੀਂ ਕਰ ਸਕਦੇ। ਉਹਨਾਂ ਕੋਲ ਕੋਈ ਪਾਵਰ ਨਹੀਂ ਕਿ ਜਿਹਦੇ ਨਾਲ ਉਹ ਸੰਮਨ ਕਰਨ ਤੋਂ ਹਾਊਸ ਨੂੰ, ਅਸੈਂਬਲੀ ਦਾ ਸੈਸ਼ਨ ਜਿਹੜਾ ਸਦਨ ਤੋਂ ਕਿਸੇ ਤਰ੍ਹਾਂ ਵੀ ਗੁਰੇਜ਼ ਕਰਨ। ਜੇ ਉਹਨਾਂ ਨੇ ਗੁਰੇਜ਼ ਕੀਤਾ ਤੇ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ, ਜਿਹੜੀ ਕਿ ਗਵਰਨਰ ਬੀਇੰਗ ਏ ਕੌਂਸਟੀਟਿਊਸ਼ਨਲ ਅਥਾਰਟੀ ਹੋਣ ਦੇ ਬਾਵਜੂਦ ਸੰਵਿਧਾਨ ਦੀਆਂ ਪਰਤਾਂ ਦਾ ਧਿਆਨ ਨਹੀਂ ਰੱਖ ਸਕੇ। ਦੇਖੋ, ਗਵਰਨਰ ਜਿਹੜਾ ਹੈ ਸ਼ੁਰੂ ਤੋਂ ਇੱਕ ਰਬਰ ਸਟੈਂਪ ਰਿਹਾ ਹੈ। ਠੀਕ ਹੈ ਜੀ, ਇਹ ਚਾਹੇ ਗੱਲ ਸਾਨੂੰ ਚੰਗੀ ਲੱਗੇ ਚਾਹੇ ਮਾੜੀ, ਲੇਕਿਨ ਉਹ ਇੱਕ ਐਸਾ ਅਫੀਸ਼ੀਅਲ ਹੈ ਜਿਹਨੂੰ ਕੈਬਨਿਟ ਦੇ ਅਕੋਰਡਿੰਗ ਹੀ ਚੱਲਣਾ ਪੈਣਾ, ਕਾਉਂਸਲ ਆਫ ਮਿਨਿਸਟਰਸ ਦੀ ਹੀ ਏਡ ਐਂਡ ਐਡਵਾਈਸ ਤੇ ਚੱਲਣਾ ਪੈਣਾ। ਥਿੰਕ ਅਬਾਊਟ ਇੰਟਰਸਟ ਆਫ ਪੀਪਲ ਆਫ ਪੰਜਾਬ, ਜਿੱਥੇ ਮੈਜੋਰਿਟੀ ਜਿਹੜੀ ਹੈ 6 ਦੀ ਹੈ। ਸੋ ਡੈਫੀਨੇਟਲੀ ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗ ਹੀ ਕੰਮ ਕਰਨਾ ਚਾਹੀਦਾ, ਨਾ ਕਿ ਇਹ ਦੇਖਣਾ ਚਾਹੀਦਾ ਸੈਂਟਰ ਸਾਨੂੰ ਤੰਗ ਕਰ ਰਹੀ ਹੈ, ਆਮ ਆਦਮੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਹੈ, ਕੌਣ ਸੁਪਰ ਸੀਐਮ ਹੈ, ਡਜ਼ਨਟ ਮੈਟਰ ਜੀ। ਤੁਹਾਨੂੰ ਕੁਰਸੀ ਤੇ ਬਿਠਾਇਆ ਗਿਆ, ਤੁਸੀਂ ਸੰਵਿਧਾਨ ਦੇ ਅਕੋਰਡਿੰਗ ਹੀ ਕੰਮ ਕਰਨਾ ਹੈ। ਪਬਲਿਕ ਜਿਹੜੀ ਹੈ ਉਹ ਪੂਰੀ ਆਪਣੇ ਰਾਈਟਸ ਲਈ ਅਵੇਅਰ ਹੈਗੀ ਹੈ, ਉਹਨਾਂ ਨੂੰ ਪਤਾ ਹੈ। ਤੇ ਇਹ ਹੁਣ ਜੇ ਧੱਕਾ ਕੋਈ ਵੀ ਚੇਅਰ ਤੇ ਬੈਠਾ ਬੰਦਾ ਕਰਦਾ ਹੈ ਉਹ ਅਨਕਨਸਟੀਟਿਊਸ਼ਨਲ ਹੀ ਹੈ। ਉਹਨਾਂ ਨੂੰ ਹਾਰਮਨੀ ਲਈ ਨਾਲ ਕੰਮ ਕਰਨਾ ਪੈਣਾ। ਬੋਥ ਹੈਵ ਟੂ ਵਰਕ ਵਿਦ ਦੀ ਹਾਰਮਨੀ। ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਪੰਜਾਬ ਸਰਕਾਰ ਅਤੇ ਪੰਜਾਬ ਦੇ ਗਵਰਨਰ ਵਿਚਕਾਰ ਰੱਸਾਕਸ਼ੀ ਚੱਲੀ ਜਾ ਰਹੀ ਹੈ, ਖਿੱਚਤਾਣ ਚੱਲ ਰਹੀ ਹੈ। ਕਦੇ ਮਾਨਯੋਗ ਗਵਰਨਰ ਕੁਝ ਕਹਿੰਦੇ ਨੇ, ਸਰਕਾਰ ਡਿਨਾਈ ਕਰਦੀ ਹੈ, ਕਦੇ ਸਰਕਾਰ ਕੁਝ ਕਹਿੰਦੀ ਹੈ, ਗਵਰਨਰ ਉਸ ਉੱਤੇ ਸਵਾਲ ਖੜੇ ਕਰ ਦਿੰਦੇ ਨੇ। ਹਾਲ ਹੀ ਦੇ ਵਿੱਚ ਇੱਕ ਮਾਮਲਾ ਵਿਧਾਨ ਸਭਾ ਨੂੰ ਲੈ ਕੇ ਉੱਠਿਆ, ਜਾਂ ਬਜਟ ਸੈਸ਼ਨ ਬੁਲਾਉਣ ਦੇ ਲਈ ਮਾਨਯੋਗ ਗਵਰਨਰ ਕੋਲ ਫਾਈਲ ਭੇਜੀ ਜਾਂਦੀ ਹੈ ਮਨਜ਼ੂਰੀ ਦੇ ਲਈ, ਤਾਂ ਉਹ ਕਹਿੰਦੇ ਨੇ ਇਸ ਉੱਤੇ ਕਾਨੂੰਨੀ ਰਾਏ ਲਿੱਤੀ ਜਾਵੇਗੀ। ਫਿਰ ਸਰਕਾਰ ਹੈ ਜਿਹੜੀ ਉਹ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੀ ਹੈ। ਆਖਿਰਕਾਰ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਇਸ ਉੱਤੇ ਫੈਸਲਾ ਸੁਣਾਇਆ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਹੋਣੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਫੈਸਲਾ ਰਿਹਾ ਤੇ ਕਿਸ ਤਰੀਕੇ ਦਾ ਹੈ। ਸਤਿ ਸ਼੍ਰੀ ਅਕਾਲ ਸਰ। ਕਿਸ ਤਰੀਕੇ ਦਾ ਤੁਸੀਂ ਇਹ ਫੈਸਲਾ ਦੇਖਦੇ ਹੋ ਜਿਹੜਾ ਸਰਕਾਰ ਤੇ ਜਿਹੜਾ ਮਾਨਯੋਗ ਗਵਰਨਰ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਕੀਤੀ, ਆਪਣਾ ਫੈਸਲਾ? ਦੇਖੋ, ਇਹ ਰਸਾਕਸ਼ੀ ਜਿਹੜੀ ਸੀ ਬੜੀ ਅਨਫਾਰਚੂਨੇਟ ਰਹੀ ਹੈ। ਇਹ ਕਿਸੇ ਤਰ੍ਹਾਂ ਵੀ ਲੋਕਤੰਤਰ ਦੇ ਵਿੱਚ ਇਹ ਤੰਤਰ ਮੰਤਰ ਨਹੀਂ ਚੱਲਣਾ ਚਾਹੀਦਾ। ਜੇ ਤੰਤਰ ਮੰਤਰ ਚੱਲਿਆ ਹੈ ਤਾਂ ਇਹ ਪੋਲੀਟੀਕਲ ਬਾਕਸਿਸ, ਈਗੋ ਔਰ ਹੋਰ ਕਈ ਮਲਟੀਪਲ ਫੈਕਟਰਸ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਚੱਲਿਆ। ਔਰ ਤੁਸੀਂ ਇੱਕ ਚੀਜ਼ ਦੇਖੋ, ਗਵਰਨਰ ਸਾਹਿਬ ਨੇ ਇਹ ਕਹਿ ਦਿੱਤਾ ਵੀ ਹਾਊਸ ਸਮਨ ਕਰਨ ਲਈ ਗਵਰਨਰ ਸਾਹਿਬ ਨੂੰ ਚੀਫ ਮਿਨਿਸਟਰ ਦੀ ਤੇ ਉਹਨਾਂ ਦੇ ਮੰਤਰੀਆਂ ਦੀ ਆਈ ਹੈ, ਇੰਟੀਮੇਸ਼ਨ ਆਈ ਹੈ, ਕਮਿਊਨੀਕੇਸ਼ਨ ਆਈ ਹੈ, ਚਿੱਠੀ ਆਈ ਹੈ, ਜੋ ਵੀ ਆਇਆ। ਲੇਕਿਨ ਉਹਦੇ ਵਿੱਚ ਉਹ ਇਹ ਗੱਲ ਗਵਰਨਰ ਸਾਹਿਬ ਕਹਿ ਰਹੇ ਨੇ ਵੀ ਮੈਂ ਇਹਦੇ ਉੱਤੇ ਲੀਗਲ ਓਪੀਨੀਅਨ ਲਵਾਂਗਾ। ਲੀਗਲ ਓਪੀਨੀਅਨ ਕੀ ਲੈਣਾ ਹੈ? ਜੇ ਉਹ ਕੌਂਸਟੀਟਿਊਸ਼ਨਲ ਹੈੱਡ ਹੋ ਕੇ ਕੌਂਸਟੀਟਿਊਸ਼ਨ ਦੀ ਜਿਹੜੀ ਪ੍ਰੋਵੀਜ਼ਨ ਹੈ ਉਹਦੇ ਮੁਤਾਬਕ ਹਾਊਸ ਸਮਨਿੰਗ ਦੀ ਪਾਵਰ ਚੀਫ ਮਿਨਿਸਟਰ ਤੇ ਕਾਉਂਸਲ ਆਫ ਮਿਨਿਸਟਰਸ ਕੋਲ ਹੈ, ਤਾਂ ਉਹਨਾਂ ਨੂੰ ਇਹ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ। ਇੱਥੇ ਗਵਰਨਰ ਸਾਹਿਬ ਦਾ ਫੈਸਲਾ ਸਰਾਸਰ ਗਲਤ ਹੈ। ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ। ਜੇ ਹਿੱਤ ਵਿੱਚ ਹੁੰਦਾ ਤਾਂ ਫਿਰ ਉਹਨਾਂ ਨੇ ਆਪਣਾ ਹਿੱਤ, ਆਪਣੀ ਈਗੋ ਦਾ ਹਿੱਤ ਵੇਖਿਆ ਜਾਂ ਕੀ ਵੇਖਿਆ? ਇਹ ਇੱਕ ਬੜੇ ਵੱਡੇ ਸਵਾਲ ਪੈਦਾ ਕਰ ਗਿਆ। ਦੂਸਰੀ ਚੀਜ਼ ਹੋਰ, ਜਿਹੜੀ ਵੀ ਕੋਈ ਵੀ ਕਾਰਵਾਈ ਹੈ ਉਹਦੇ ਉੱਤੇ ਗਵਰਨਰ ਸਾਹਿਬ ਨੂੰ ਜਿਹੜਾ ਚੀਫ ਮਿਨਿਸਟਰ ਨੇ ਤੇ ਕਾਉਂਸਲ ਆਫ ਮਿਨਿਸਟਰ ਨੇ ਇਹ ਜਿਹੜੇ ਫੈਸਲੇ ਨੇ ਉਹ ਉਹਨਾਂ ਨੂੰ ਇਨਫੋਰਮ ਕਰਨੇ ਹੁੰਦੇ ਨੇ। ਜੇ ਉਹਨਾਂ ਨੇ ਇਨਫੋਰਮ ਨਹੀਂ ਕੀਤਾ ਤੇ ਇੱਥੇ ਚੀਫ ਮਿਨਿਸਟਰ ਸਾਹਿਬ ਵੀ ਗਲਤ ਨਹੀਂ। ਇਸ ਰਸਾਕਸ਼ੀ ਦੇ ਵਿੱਚ ਨੁਕਸਾਨ ਕਿਹਦਾ ਹੋਇਆ? ਪੰਜਾਬ ਦੇ ਲੋਕਾਂ ਦਾ। ਜੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ, ਤੁਸੀਂ ਪੁੱਛੋਗੇ ਕਿਵੇਂ? ਗਵਰਨਰ ਸਾਹਿਬ ਨੇ ਜਿਹੜੇ ਵਕੀਲ ਸਾਹਿਬ ਪੇਸ਼ ਕਰਾਏ ਨੇ ਆਪਣੇ ਵੱਲੋਂ, ਉਹਨਾਂ ਦੀ ਜਿਹੜੀ ਫੀਸ ਹੈ ਪੰਜਾਬ ਸਰਕਾਰ ਦੇ ਖਾਤੇ ਵਿੱਚੋਂ ਜਾਣੀ ਹੈ। ਤੇ ਪੰਜਾਬ ਸਰਕਾਰ ਦੀ ਜਿਹੜੀ ਫੀਸ ਹੈ
ਜਿਹੜੇ ਵੀ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਨੇ ਉਹ ਵੀ ਖਜ਼ਾਨੇ 'ਚੋਂ ਹੀ ਜਾਣੀ ਹੈ, ਤੇ ਫਰਕ ਤੇ ਖਜ਼ਾਨੇ ਨੂੰ ਪਿਆ ਹੈ, ਇਹਨਾਂ ਦੋਹਾਂ ਤਾਕਤਾਂ ਨੂੰ ਨਹੀਂ ਪਿਆ। ਦੋਹਾਂ ਤਾਕਤਾਂ ਦਾ ਮਤਲਬ ਇਹ ਹੈ ਗਵਰਨਰ ਪੰਜਾਬ ਤੇ ਚੀਫ ਮਿਨਿਸਟਰ ਪੰਜਾਬ। ਇਹਦੇ ਉੱਤੇ ਅਕਾਊਂਟੇਬਿਲਟੀ ਫਿਕਸ ਕਰਨ ਦੇ ਵਾਸਤੇ ਸੰਵਿਧਾਨ ਦੇ ਵਿੱਚ ਕੋਈ ਵੀ ਐਸੀ ਪ੍ਰੋਵੀਜ਼ਨ ਨਹੀਂ, ਔਰ ਮਾਨਯੋਗ ਸੁਪਰੀਮ ਕੋਰਟ ਨੂੰ ਇਸ ਗੱਲ ਦਾ ਧਿਆਨ ਰੱਖ ਕੇ ਇਹਦੇ ਉੱਤੇ ਗਾਈਡਲਾਈਨਸ ਜਾਰੀ ਕਰਨੀਆਂ ਚਾਹੀਦੀਆਂ ਸੀ। ਜਿਹੜਾ ਉਹਨਾਂ ਨੇ ਸ਼ਮਸ਼ੇਰ ਸਿੰਘ ਦਾ ਹਵਾਲਾ ਦਿੱਤਾ ਹੈ, ਜੇ ਉਹਦੇ ਹੌਰੀ ਜ਼ੋਨਸ ਨੂੰ ਐਕਸਪੈਂਡ ਕੀਤਾ ਜਾਵੇ ਤਾਂ ਉਹ ਐਕਸਪੈਂਡ ਕਰਨ ਦਾ ਇਸ ਵੇਲੇ ਸਹੀ ਮੌਕਾ ਸੀ, ਤਾਂ ਕਿ ਇਨ ਫਿਊਚਰ ਲੋਕਤੰਤਰ ਦੇ ਵਿੱਚ ਇਹੋ ਜਿਹਾ ਤੰਤਰ ਮੰਤਰ ਨਾ ਵੱਜੇ। ਇਹ ਇੱਕ ਗੱਲ। ਦੂਜੀ ਗੱਲ ਇਹ ਹੈ, ਜੇ ਇਹੋ ਜਿਹੇ ਤੰਤਰ ਮੰਤਰ ਵੱਜਦੇ ਰਹਿਣਗੇ ਤੇ ਫਿਰ ਸਾਡੀ ਜਿਹੜੀ ਲੋਕਤੰਤਰਿਕ ਅਵਸਥਾ ਉਹ ਕਿੱਥੇ ਖੜੀ ਹੈ? ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਰਹੇਗਾ, ਟੈਕਸ ਪੇਅਰ ਦੇ ਪੈਸੇ ਨਾਲ ਖਿਲਵਾੜ ਹੁੰਦਾ ਰਹੇਗਾ, ਤੇ ਆਪਣੀ ਰਸਾਕਸ਼ੀ ਤੇ ਹਉਮੈ ਦੇ ਵਿੱਚ ਕਿੰਨਾ ਨੁਕਸਾਨ ਹੋਏਗਾ, ਇਹਦੀ ਭਰਪਾਈ ਕੌਣ ਕਰੇਗਾ? ਇਹਦੇ ਉੱਤੇ ਗਾਈਡਲਾਈਨਸ ਕੌਣ ਜਾਰੀ ਕਰੇਗਾ? ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ, ਜਿਹਦਾ ਜਵਾਬ ਅੱਜ ਜਾਂ ਕੱਲ ਦੇਰ ਜਾਂ ਸਵੇਰ ਆਉਣਾ ਬਣਦਾ ਔਰ ਬਣਨਾ ਚਾਹੀਦਾ। ਕਿਸ ਤਰੀਕੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਉਹਨੂੰ ਦੇਖਦੇ ਹੋ, ਲੋਕਾਂ ਨੂੰ ਥੋੜਾ ਜਿਹਾ ਉਸ ਬਾਰੇ ਜ਼ਰੂਰ ਅਵੇਅਰ ਕਰ ਦਿਓ ਕਿ ਕੀ ਫੈਸਲਾ ਰਿਹਾ ਦੋਨਾਂ ਦੇ ਪੱਖ। ਦੇਖੋ, ਜੇ ਇਹ ਕਿਹਾ ਜਾਏ ਤਾਂ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਨੇ ਇਸ ਚੀਜ਼ ਦੇ ਉੱਤੇ ਕਿ ਕਾਉਂਸਲ ਆਫ ਮਿਨਿਸਟਰ ਤੇ ਚੀਫ ਮਿਨਿਸਟਰ ਦੀ ਐਡਵਾਈਸ ਨੂੰ ਗਵਰਨਰ ਸਾਹਿਬ ਅੱਖੋਂ ਪਰੋਖੇ ਨਹੀਂ ਕਰ ਸਕਦੇ। ਉਹਨਾਂ ਕੋਲ ਕੋਈ ਪਾਵਰ ਨਹੀਂ ਕਿ ਜਿਹਦੇ ਨਾਲ ਉਹ ਸੰਮਨ ਕਰਨ ਤੋਂ ਹਾਊਸ ਨੂੰ, ਅਸੈਂਬਲੀ ਦਾ ਸੈਸ਼ਨ ਜਿਹੜਾ ਸਦਨ ਤੋਂ ਕਿਸੇ ਤਰ੍ਹਾਂ ਵੀ ਗੁਰੇਜ਼ ਕਰਨ। ਜੇ ਉਹਨਾਂ ਨੇ ਗੁਰੇਜ਼ ਕੀਤਾ ਤੇ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ, ਜਿਹੜੀ ਕਿ ਗਵਰਨਰ ਬੀਇੰਗ ਏ ਕੌਂਸਟੀਟਿਊਸ਼ਨਲ ਅਥਾਰਟੀ ਹੋਣ ਦੇ ਬਾਵਜੂਦ ਸੰਵਿਧਾਨ ਦੀਆਂ ਪਰਤਾਂ ਦਾ ਧਿਆਨ ਨਹੀਂ ਰੱਖ ਸਕੇ, ਪਹਿਲੀ ਗੱਲ। ਦੂਜੀ ਚੀਜ਼ ਇਹ ਹੈ ਕਿ ਜਦੋਂ ਗਵਰਨਰ ਸਾਹਿਬ ਨੇ ਇਹ ਕਿਹਾ ਵੀ ਮੈਂ ਲੀਗਲ ਓਪੀਨੀਅਨ ਲਵਾਂਗਾ, ਤੇ ਉਹਦੇ ਉੱਤੇ ਗਵਰਨਰ ਸਾਹਿਬ ਨੇ ਕਿਹੜੀ ਜਿਹੜੀ ਤਾਕਤ ਸੀ, ਗੁੱਝੀ ਤਾਕਤ, ਉਹਦੇ ਪਿੱਛੇ ਚੱਲ ਕੇ ਇਹ ਬਿਆਨ ਦਿੱਤਾ। ਪੰਜਾਬ ਦੇ ਗਵਰਨਰ ਹੋ ਤੇ ਜੇ ਤੁਸੀਂ ਕੇਂਦਰ ਰਾਹੀਂ ਸਥਾਪਿਤ ਹੋ, ਸੰਵਿਧਾਨ ਦੀ ਕਟਸੀ ਹੈ ਤੁਹਾਡੇ ਉੱਤੇ, ਤਾਂ ਫਿਰ ਤੁਹਾਨੂੰ ਉਹ ਜਿਹੀ ਗੱਲ ਕਰਨੀ ਬਣਦੀ ਨਹੀਂ, ਪਹਿਲੀ ਗੱਲ। ਦੂਜੀ ਚੀਜ਼ ਇਹ ਹੈ ਕਿ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਗਵਰਨਰ ਸਾਹਿਬ ਬਾਰੇ, ਉਹ ਵੀ ਸ਼ੋਭਨੀय ਨਹੀਂ, ਕਿਉਂਕਿ ਉਹ ਵੀ ਕੌਂਸਟੀਟਿਊਸ਼ਨ ਦੀ ਹੀ ਐਸਟੈਬਲਿਸ਼ ਕੀਤੀ ਹੋਈ ਪਾਵਰ ਦੇ ਨਾਲ ਮੁੱਖ ਮੰਤਰੀ ਪੰਜਾਬ ਬਣੇ ਨੇ। ਉਹਨਾਂ ਦੀ ਕਾਉਂਸਲ ਆਫ ਮਿਨਿਸਟਰ ਹੈ। ਜੇ ਉਹਨਾਂ ਨੇ ਇਸ ਚੀਜ਼ ਵੱਲ ਤਵੱਜੋ ਨਹੀਂ ਦਿੱਤੀ ਤਾਂ ਫਿਰ ਉਹਨਾਂ ਦਾ ਜਿਹੜਾ ਸਲਾਹਕਾਰ ਨੇ, ਇਹ ਸਲਾਹ ਜਿਹੜੀ ਦਿੱਲੀ ਤੋਂ ਆ ਰਹੀ ਹੈ, ਇਹ ਉਹੀ ਇੱਕ ਅੱਗ ਤੇ ਅਡੰਬਰ ਰਚਨਾ ਚਾਹੁੰਦੇ ਨੇ ਜਿਹੜਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਕੇਜਰੀਵਾਲ ਚੀਫ ਮਿਨਿਸਟਰ ਦੇ ਵਿੱਚ ਹੈ। ਇਸ ਦਾ ਜਵਾਬ ਕੌਣ ਦੇਗਾ? ਪੰਜਾਬ ਦੇ 3 ਕਰੋੜ ਲੋਕ ਭਗਵੰਤ ਮਾਨ ਤੋਂ ਤੇ ਗਵਰਨਰ ਪੰਜਾਬ ਤੋਂ ਜਵਾਬ ਮੰਗਦੇ ਨੇ। ਭਗਵੰਤ ਮਾਨ ਤਾਂ ਪਹਿਲਾਂ ਹੀ ਇਸ ਗੱਲ ਨੂੰ ਕਹਿੰਦੇ ਨੇ ਕਿ ਜੇ ਮੈਂ ਜਵਾਬ ਦੇਈ ਆ ਤਾਂ 3 ਕਰੋੜ ਲੋਕਾਂ ਨੂੰ ਹੈ, ਗਵਰਨਰ ਨੂੰ ਨਹੀਂ। ਇੱਥੇ ਇਸ ਚੀਜ਼ ਨੂੰ ਭਗਵੰਤ ਮਾਨ ਜੀ ਯੂ ਟਰਨਸ ਦੇ ਵਿੱਚ ਨਹੀਂ ਲਿਜਾ ਸਕਦੇ। ਜੇ ਭਗਵੰਤ ਮਾਨ 3 ਕਰੋੜ ਲੋਕਾਂ ਨੂੰ ਜਵਾਬ ਦੇ ਨੇ ਤੇ ਉਹਨਾਂ ਨੇ ਜਵਾਬ ਕੀ ਦਿੱਤਾ ਅਜੇ ਤੱਕ? ਇਸ ਗੱਲ ਦਾ ਜਵਾਬ ਦੇਣ ਭਗਵੰਤ ਮਾਨ। ਤੇ ਜੇ ਗਵਰਨਰ ਪੰਜਾਬ ਜਿਹੜੇ ਨੇ 3 ਕਰੋੜ ਲੋਕਾਂ ਦੀ ਜਿਹੜੀ ਹੈ ਤਰਜਮਾਨੀ ਕਰਦੇ ਨੇ ਤੇ ਉਹ ਵੀ ਜਵਾਬ ਦੇਣ। ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਨਹੀਂ ਬਣਦੀ? ਜੇ ਬਣਦੀ ਹੈ, ਹਾਂ ਵਿੱਚ ਹੈ, ਤੇ ਪੰਜਾਬ ਦੇ ਲੋਕ ਇਹਨਾਂ ਨੂੰ ਕਹਿਣ, ਲੇਕਿਨ ਕੌਣ ਕਹੇ ਰਾਣੀ ਨੂੰ ਤੂੰ ਆਪਣਾ ਅੱਗਾ ਢੱਕ। ਸੁਪਰੀਮ ਕੋਰਟ ਨੇ ਦੋਨਾਂ ਨੂੰ ਹੀ ਝਿੜਕਾਂ ਮਾਰੀਆਂ। ਗਵਰਨਰ ਨੂੰ ਇਹ ਕਿਹਾ that you are bound by the advice of the council of ministers, ਤਾਂ ਤੇਰੀ ਇਹ ਮਰਜ਼ੀ ਨਹੀਂ ਹੈਗੀ ਕਿ ਤੂੰ ਸੈਸ਼ਨ ਹੀ ਨਾ ਬੁਲਾ। ਔਰ ਖਾਸ ਤੌਰ ਤੇ ਇਸ ਵੇਲੇ ਜਿਸ ਵੇਲੇ ਕਿ ਬਜਟ ਵੀ ਬਣਾਉਣਾ, ਬਜਟ ਨੂੰ ਅਪਰੂਵ ਕਰਨਾ, ਔਰ ਚੀਫ ਮਿਨਿਸਟਰ ਨੂੰ ਝਿੜਕ ਇਸ ਮਾਰੀ ਕਿ ਜਿਸ ਵੇਲੇ ਤੂੰ ਗਵਰਨਰ ਨਾਲ ਗੱਲ ਕਰਦਾ ਹੈ ਉਹ ਤੇਰੇ ਨਾਲੋਂ ਵੱਡਾ ਹੈ, ਉਹਦੀ ਤੇਰੀ ਜਿਹੜੀ ਭਾਸ਼ਾ ਹੈਗੀ ਹੈ ਉਹ ਵੀ ਜਿਸ ਨੂੰ ਤੁਸੀਂ ਐਡਰੈਸ ਕਰਦੇ ਹੋ ਉਹਦੇ ਮੁਤਾਬਕ ਹੋਣੀ ਹੈ। ਜਿਸ ਵੇਲੇ ਅਸੀਂ ਕੋਰਟ ਦੇ ਵਿੱਚ ਪੇਸ਼ ਹੁੰਦੇ ਹਾਂ, ਮਾਈ ਲੋਰਡ ਨੇ ਡਿਸੀਜਨ ਦੇਣਾ, ਸਾਨੂੰ ਹਿਊਮਿਲਿਟੀ ਵਰਤਣੀ ਚਾਹੀਦੀ ਹੈ ਕਿਉਂਕਿ ਫੈਸਲਾ ਉਹਨਾਂ ਨੇ ਦੇਣਾ। ਭਗਵੰਤ ਮਾਨ ਨੂੰ ਤਾਂ ਝਿੜਕਾਂ ਇਸ ਕਰਕੇ ਮਾਰੀਆਂ ਕਿ ਤੇਰੀ ਭਾਸ਼ਾ ਠੀਕ ਨਹੀਂ ਸੀ,
ਗਵਰਨਰ ਨੂੰ ਇਸ ਕਰਕੇ ਝਿੜਕਾਂ ਮਾਰੀਆਂ ਕਿ ਬਜਟ ਦਾ ਸੈਸ਼ਨ ਹੈ ਐਂਡ ਯੂ ਆਰ ਬਾਉਂਡ ਬਾਈ ਦੀ ਡਿਸੀਜਨ ਆਫ ਦੀ ਕੈਬਨਿਟ, ਸੋ ਯੂ ਹੈਵ ਟੂ ਕਨਵੀਨ ਦੀ ਮੀਟਿੰਗ ਆਫ ਦੀ ਅਸੈਂਬਲੀ ਮੀਟਿੰਗ। ਸੋ ਦੋਨਾਂ ਨੂੰ ਉਹਨਾਂ ਨੇ ਬੈਲੈਂਸ ਕਰਕੇ ਜਿਹੜਾ ਹੈਗਾ ਉਹ ਫੈਸਲਾ ਕੀਤਾ ਕਿ ਬੰਦਿਆਂ ਦੀ ਤਰ੍ਹਾਂ ਕੰਮ ਕਰੋ ਦੋਨੇ ਹੀ। ਮੋਟੀ ਗੱਲ ਇਹ ਹੈ। ਪਰ ਕੀ ਸ਼ੋਭਾ ਦਿੰਦਾ ਹੈ ਕਿ ਜਿਹੜਾ ਆ ਇਸ ਤਰੀਕੇ ਨਾਲ ਗਵਰਨਰ ਤੇ ਜੇ ਨੂੰ ਵੀ ਸ਼ੋਭਾ ਦਿੱਤਾ, ਚੀਫ ਮਿਨਿਸਟਰ ਨੂੰ ਵੀ ਨਹੀਂ ਦਿੰਦਾ। ਜਿਸ ਵੇਲੇ ਤੁਸੀਂ ਆਪਣੇ ਤੋਂ ਵੱਡੇ ਨਾਲ ਗੱਲ ਕਰਦੇ ਹੋ ਤੁਸੀਂ ਪੋਲਾਈਟਲੀ ਕਰੋ, ਜਿਹੜੀ ਚਿੱਠੀ ਵੀ ਲਿਖਦੇ ਹੋ ਉਹ ਵੀ ਉਹਦੀ ਭਾਸ਼ਾ ਵੀ ਜਿਹੜੀ ਹੈਗੀ ਆ ਉਹਨੂੰ ਤਾਂ ਭਾਸ਼ਾ ਦੇ ਉੱਤੇ ਦੱਸਿਆ। ਔਰ ਗਵਰਨਰ ਨੂੰ ਇਸ ਕਰਕੇ ਝਿੜਕਾਂ ਮਾਰੀਆਂ ਕਿ ਮੀਟਿੰਗ ਤਾਂ ਜਿਹੜੀ ਅਸੈਂਬਲੀ ਦੀ ਬੁਲਾਓਗੇ ਤਾਂ ਹੀ ਅੱਗੇ ਚੱਲਣਾ। ਯੂ ਆਰ ਬਾਉਂਡ, ਕਨਸਟੀਟਿਊਸ਼ਨਲੀ ਯੂ ਆਰ ਬਾਉਂਡ ਟੂ ਕਨਵੀਨ ਦੀ ਮੀਟਿੰਗ। ਮੈਂ ਤੁਹਾਡੇ ਕੋਲ ਆਉਣਾ ਦੁਬਾਰਾ, ਤੁਸੀਂ ਇਹ ਨਹੀਂ ਦੇਖਿਆ ਕਿ ਜਿਸ ਤਰੀਕੇ ਨਾਲ ਇਹ ਦੋਨੋਂ ਆਪਸ ਵਿੱਚ ਹੀ ਬਹਿਸ ਰਹੇ ਨੇ, ਪਰ ਫਿਰ ਸੰਵਿਧਾਨ ਕਿੱਥੇ ਖੜਦਾ ਹੈ? ਅਸੀਂ ਇਹ ਸੰਵਿਧਾਨ ਨੂੰ ਕਿੱਥੇ ਮੰਨਦੇ ਪਏ? ਇਹੀ ਤਾਂ ਗੱਲ ਗਲਤ ਹੈ। ਤਾਂ ਹੀ ਤਾਂ ਟੌਪ ਕੋਰਟ ਨੇ ਇਹ ਦੋਨਾਂ ਨੂੰ ਝਿੜਕਾਂ ਮਾਰੀਆਂ ਕਿ ਤੁਸੀਂ ਬੰਦੇ ਬਣ ਜਾਓ। ਪੰਜਾਬੀ 'ਚ ਜੇ ਮੈਂ ਟਰਾਂਸਲੇਸ਼ਨ ਕਰਾਂ ਕਿ ਬੰਦਿਆਂ ਦੀ ਤਰ੍ਹਾਂ ਕੰਮ ਕਰੋ, ਸੰਵਿਧਾਨ ਦੀ ਤਰ੍ਹਾਂ ਕੰਮ ਕਰੋ। ਗਵਰਨਰ ਸਾਹਿਬ ਯੂ ਆਰ ਬਾਉਂਡ ਬਾਈ ਦੀ ਡਿਸੀਜਨ ਆਫ ਦੀ ਕੈਬਨਿਟ ਔਰ ਐਂਡ ਮੋਰ ਓਵਰ ਯੂ ਹੈਵ ਟੂ ਕਨਵੀਨ ਦੀ ਮੀਟਿੰਗ, ਯੂ ਹੈਵ ਟੂ ਨੋਟੀਫਾਈ ਕਿ ਕਦੋਂ ਅਸੈਂਬਲੀ ਦੀ ਮੀਟਿੰਗ ਹੋਣੀ ਹੈ। ਔਰ ਖਾਸ ਤੌਰ 'ਤੇ ਇਸ ਵੇਲੇ ਮਾਰਚ ਦੇ ਵਿੱਚ ਜਦੋਂ ਕਿ ਬਜਟ ਅਪਰੂਵ ਕਰਨਾ, ਅਸੀਂ ਤੁਸੀਂ ਸਫਰ ਕਰਨਾ, ਇਟ ਇਜ਼ ਟੈਕਸ ਪੇਅਰਸ ਮਨੀ। ਇਹ ਮਾਮਲਾ ਕਚਹਿਰੀ ਤੱਕ ਜਾਣਾ ਹੀ ਨਹੀਂ ਸੀ ਚਾਹੀਦਾ, ਇਹ ਤਾਂ ਇੱਥੇ ਹੀ ਸੋਲਵ ਹੋ ਜਾਣਾ ਚਾਹੀਦਾ ਸੀ। ਲੀਗਲ ਓਪੀਨੀਅਨ ਲੈਣੀ ਹੈ ਤਾਂ ਕਾਹਦੇ ਲਈ ਵਕੀਲਾਂ ਨੂੰ ਪੈਸੇ ਦੇਣੇ ਆ? Constitution is absolutely clear that the governor will call the meeting of the assembly. ਗਵਰਨਰ ਨੇ ਆਪਣਾ ਕੰਮ ਨਹੀਂ ਕੀਤਾ, ਚੀਫ ਮਿਨਿਸਟਰ ਨੂੰ ਇਸ ਕਰਕੇ ਭਾਈ ਤੂੰ ਜਰਾ ਲੈਂਗੁਏਜ ਤਾਂ ਠੀਕ, ਆਪਣੀ ਐਕਸਪ੍ਰੈਸ਼ਨ ਤਾਂ ਭਾਸ਼ਾ ਤਾਂ ਆਪਣੀ ਠੀਕ ਕਰ। ਸੰਵਿਧਾਨ ਜਿਸ ਤਰੀਕੇ ਨਾਲ ਸੰਵਿਧਾਨ ਦੇ ਤਾਂ ਜਿਹੜਾ ਸੰਵਿਧਾਨ ਦੀਆਂ ਧੱਜੀਆਂ ਹਰ ਰੋਜ਼ ਉੱਡਦੀਆਂ ਔਰ ਇਹ ਇੱਕ ਐਸੀ ਪਰੰਪਰਾ ਚੱਲ ਪਈ ਹੈ ਲੋਕਤੰਤਰਿਕ ਢਾਂਚੇ ਦੇ ਵਿੱਚ ਕਿ ਮੈਂ ਸੁਪਰੀਮ ਜਾਂ ਸੰਵਿਧਾਨ ਸੁਪਰੀਮ। ਜੇ ਅਸੀਂ ਕੌਨਸਟੀਟਿਊਸ਼ਨ ਵਰਸਸ ਇੰਸਟੀਟਿਊਸ਼ਨ ਜਾਂ ਇੰਸਟੀਟਿਊਸ਼ਨ ਵਰਸਸ ਕੌਨਸਟੀਟਿਊਸ਼ਨ ਦੇ ਉੱਤੇ ਗੱਲ ਕਰੀਏ ਤਾਂ ਇਹਦੇ ਉੱਤੇ ਗੱਲ ਬੜੀ ਉਗੜ ਕੇ ਸਾਹਮਣੇ ਆਉਂਦੀ ਹੈ। ਈਡੀ ਕਿਹਨੂੰ ਕਹਿੰਦੇ ਆ? ਐਨਫੋਰਸਮੈਂਟ ਡਾਇਰੈਕਟੋਰੇਟ, ਆਈਟੀ, ਇਨਕਮ ਟੈਕਸ, ਸੀਬੀਆਈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਇਹ ਵੀ ਜਿਹੜੀਆਂ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਨੇ। 2 ਦਿਨ ਪਹਿਲੇ ਦੀ ਗੱਲ ਹੈ, ਜਿਹੜਾ ਮਨੀਸ਼ ਸਿਸੋਦੀਆ ਜੀ ਦਾ ਜਿਹੜਾ ਅਰੈਸਟ ਹੋਇਆ ਉਹ ਵੀ ਸੰਵਿਧਾਨਕ ਧੱਜੀ ਉੜੀ ਹੈ ਉਹਦੇ ਵਿੱਚ ਵੀ। ਔਰ ਉਹਦੇ ਵਿੱਚ ਕਿਸ ਤਰ੍ਹਾਂ ਉੜ ਗਈ ਹੈ ਤੁਹਾਨੂੰ ਉਹ ਵੀ ਦੱਸ ਦਿੰਦਾ ਮੈਂ। ਤੁਸੀਂ ਦੇਖੋ, ਜਦੋਂ ਕਿਸੇ ਤੇ ਵੀ ਕੋਈ ਕੰਪਲੇਂਟ ਜਾਂ ਕੇਸ ਆਉਂਦਾ ਹੈ ਜਾਂ FIR ਆਉਂਦੀ ਹੈ ਤਾਂ ਉਹਦੇ ਵਿੱਚ ਇਹ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਹੁੰਦੀ ਹੈ ਵੀ ਇਹ ਐਲੀਗੇਸ਼ਨ ਹੈ। ਬੰਦਾ ਇਸ ਨੂੰ ਜਿਹੜਾ ਇਨਵੈਸਟੀਗੇਸ਼ਨ ਨੂੰ ਜੁਆਇਨ ਕਰੇਗਾ, ਡਾਕੂਮੈਂਟ ਦੇਗਾ, ਐਵੀਡੈਂਸ ਟੈਂਪਰ ਵਿਦ ਨਹੀਂ ਕਰੇਗਾ, ਇਹ ਵਗੈਰਾ ਵਗੈਰਾ ਸ਼ਰਤਾਂ ਜਿਹੜੀਆਂ ਐਂਟੀਸਪੇਟਰੀ ਬੇਲ ਦੇ ਵਿੱਚ ਕੋਰਟ ਵੀ ਲਾਉਂਦੀ ਹੈ। ਜੇ ਐਂਟੀਸਪੇਟਰੀ ਬੇਲ ਨਹੀਂ ਮਿਲੀ ਤੇ ਰੈਗੂਲਰ ਬੇਲ ਦੇ ਵਿੱਚ ਇਹ ਸ਼ਰਤਾਂ ਲੱਗਦੀਆਂ। ਸ਼ਰਤਾਂ ਸੇਮ ਨੇ, ਲੇਕਿਨ ਜਿਹੜੀਆਂ ਜਦੋਂ ਸਿਸੋਦੀਆ ਜੀ ਨੇ ਐਸੋਸੀਏਟ ਕੀਤਾ, CBI ਨੂੰ ਕੋਆਪਰੇਟ ਕਰ ਰਹੇ ਨੇ, ਬੁਲਾਏ ਤੇ ਜਾ ਰਹੇ ਨੇ, 8-8 ਘੰਟੇ ਦੀ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਹੈ, ਤਾਂ ਫਿਰ ਅਰੈਸਟ ਦਾ ਕੀ ਤੁੱਕ ਰਹਿ ਗਿਆ? ਜਸਟਿਸ ਕ੍ਰਿਸ਼ਨਾ ਅਈਅਰ ਦਾ ਗੋਲਡਨ ਪ੍ਰਿੰਸੀਪਲ ਬੇਲ ਨਾਟ ਜੇਲ, ਇਹਦੀ ਵੀ ਧੱਜੀ ਉੜੀ। ਤੇ ਇਹ ਧੱਜੀ ਕਿਵੇਂ ਉੜੀ? ਸੰਵਿਧਾਨ ਦੀਆਂ ਜਿਹੜੀਆਂ ਧਾਰਾਵਾਂ ਉਹਨਾਂ ਦੀ ਵੀ ਧੱਜੀ ਉੜੀ। ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਸਾਰਾ ਕੁਛ ਇਹਦੇ ਵਿੱਚ ਆਉਂਦਾ। ਤੇ ਨਾਟ ਓਨਲੀ ਦਿਸ, ਆਰਟੀਕਲ 21 ਰਾਈਟ ਟੂ ਲਿਵ ਐਂਡ ਲਾਈਵਲੀਹੁੱਡ ਵੀ ਆਉਂਦਾ ਇਹਦੇ ਵਿੱਚ। ਤੇ ਜਸਟਿਸ ਕ੍ਰਿਸ਼ਨਾ ਅਈਅਰ ਦੀ ਜੱਜਮੈਂਟ ਬੇਲ ਨਾਟ ਜੇਲ, ਜਿਹਨੂੰ ਬਾਰ-ਬਾਰ ਗੁਰਬਖਸ਼ ਸਿੰਘ ਸੀਬੀਆ ਦੇ ਕੇਸ ਵਿੱਚ 1980 ਦੇ ਵਿੱਚ ਨਿਰਧਾਰਿਤ ਕੀਤਾ ਗਿਆ। ਔਰ ਸਾਰਾ ਕੁਛ ਇਹ ਜੇ ਧੱਜੀਆਂ ਉੜੀਆਂ ਤੇ ਕਿਵੇਂ ਤੇ ਕਿਸ ਹਿਸਾਬ ਨਾਲ ਉੜੀਆਂ, ਇਸ ਚੀਜ਼ ਨੂੰ ਆਪਾਂ ਦੇਖਦੇ ਹਾਂ। ਤੇ ਇਹ ਤੁਹਾਨੂੰ ਅਸੀਂ ਗੱਲ ਕਰਾਉਂਦੇ ਹਾਂ, ਆਪਣੇ ਹੋਰ ਵੀ ਵਕੀਲ ਸਾਹਿਬਾਨ ਨੇ, ਉਹਨਾਂ ਨਾਲ ਗੱਲ ਕਰਾਉਂਦੇ ਹਾਂ ਤੁਹਾਡੀ। ਜੀ ਬਿਲਕੁਲ, ਉਹਨਾਂ ਨਾਲ ਵੀ ਗੱਲ ਕਰਦੇ ਆ, ਪਰ ਇੱਕ ਗੱਲ ਜ਼ਰੂਰ ਜਾਣਨਾ ਚਾਹੁੰਦੇ ਆ ਕਿ ਗਵਰਨਰ ਤੇ CM ਦੀ ਆਪਸੀ ਲੜਾਈ ਨਾਲ ਪੰਜਾਬ ਦੇ ਲੋਕਾਂ ਦੇ ਨੁਕਸਾਨ ਨਹੀਂ ਹੁੰਦਾ? ਪੰਜਾਬ ਦੇ ਲੋਕਾਂ ਦਾ, ਸਾਡੇ ਟੈਕਸ ਦਾ, ਸਾਡੇ ਪੈਸੇ ਦਾ ਲੋਕਾਂ ਦਾ ਨੁਕਸਾਨ ਹੋਣਾ ਹੈ। ਜੋ ਮਰਜ਼ੀ ਤੁਸੀਂ ਕਰ ਲਓ, ਜਿਹੜੇ ਵੀ ਸਾਡੇ ਕਨਸਟੀਟਿਊਸ਼ਨਲ ਅਥਾਰਟੀਜ਼ ਹੈਗੀਆਂ ਉਹ ਜੇ ਕੋਈ ਗੱਲ ਗਲਤ ਕਰਦੇ ਆ
ਚਾਹੇ ਉਹ ਐਗਜ਼ੈਕਟਿਵ ਹੈ, ਚਾਹੇ ਉਹ ਲੈਜਿਸਲੇਚਰ ਹੈ, ਚਾਹੇ ਉਹ ਜੁਡੀਸ਼ਰੀ ਆ, ਭੁਗਤਣਾ ਤਾਂ ਤੁਸੀਂ ਔਰ ਮੈਂ ਹੀ ਹੈ। They are sitting for people. Whatever post is, even lawyer, we are lawyer, but in this institute, in the judiciary, we all are supposed to do a justice with the general people. We are here for the people of India. So whosoever is sitting on any chair, he is servant of people. ਪਰ ਇੱਥੇ ਤਾਂ ਸਰਵੈਂਟ ਤਾਂ ਕੋਈ ਮੰਨਦਾ ਹੀ ਨਹੀਂ ਆਪਣੇ ਆਪ ਨੂੰ, ਹਰ ਕੋਈ ਸੁਪਰੀਮੋ ਮੰਨਦਾ, ਹਰ ਕੋਈ ਜੀ ਤਾਂ ਦੇਖੋ ਗਵਰਨਰ ਜਿਹੜਾ ਹੈ ਸ਼ੁਰੂ ਤੋਂ ਇੱਕ ਰਬਰ ਸਟੈਂਪ ਰਿਹਾ ਹੈ, ਠੀਕ ਹੈ ਜੀ। ਇਹ ਚਾਹੇ ਗੱਲ ਸਾਨੂੰ ਚੰਗੀ ਲੱਗੇ ਚਾਹੇ ਮਾੜੀ, ਲੇਕਿਨ ਉਹ ਇੱਕ ਐਸਾ ਅਫੀਸ਼ੀਅਲ ਹੈ ਜਿਹਨੂੰ ਕੈਬਨਿਟ ਦੇ ਅਕੋਰਡਿੰਗ ਹੀ ਚੱਲਣਾ ਪੈਣਾ, ਕਾਊਂਸਲ ਆਫ ਮਿਨਿਸਟਰਸ ਦੀ ਹੀ ਏਡ ਐਂਡ ਐਡਵਾਈਸ ਤੇ ਚੱਲਣਾ ਪੈਣਾ, ਬੀਟ ਸੈਂਟਰ ਔਰ ਸਟੇਟ। ਜੇ ਸੈਸ਼ਨ ਲਈ ਆਵਾਜ਼ ਉਠਾਈ ਗਈ ਸੀ, ਜੇ ਸੈਸ਼ਨ ਬੁਲਾਉਣ ਦੀ ਜਿਹੜਾ ਹੈ ਪਰਮਿਸ਼ਨ ਲੈਣ ਲਈ ਲੈਟਰ ਲਿਖੀ ਗਈ ਸੀ, ਤਾਂ ਉਹਨੂੰ ਅਸੈਪਟ ਕਰਨਾ ਇਜ਼ ਗਵਰਨਰ ਇਜ਼ ਬਾਉਂਡ ਟੂ ਅਸੈਪਟ ਦੈਟ ਅਥਾਰਟੀ, ਠੀਕ ਹੈ ਜੀ। ਸੋ ਗਵਰਨਰ ਜਿਹੜਾ ਹੈ ਇੱਕ ਜਿਹੜਾ ਕਨਸਟੀਟਿਊਸ਼ਨਲ ਅਥਾਰਟੀ ਆਂਦੀ ਹੈ, ਉਹਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗ ਹੀ ਕੰਮ ਕਰਨਾ ਪੈਣਾ, ਉਹ ਤੋਂ ਬਾਹਰ ਨਿਕਲ ਕੇ ਉਹ ਆਪਣੀ ਪਾਵਰ ਐਕਸਰਸਾਈਜ਼ ਨਹੀਂ ਕਰ ਸਕਦਾ ਜੀ। ਦਿਸ ਇਜ਼ ਵੈਰੀ ਕਲੀਅਰਲੀ ਰਿਟਨ ਇਨ ਦੀ ਕਨਸਟੀਟਿਊਸ਼ਨ। ਗਵਰਨਰ ਨੂੰ ਏਡ ਐਂਡ ਐਡਵਾਈਸ ਆਫ ਕਾਊਂਸਲ ਆਫ ਮਿਨਿਸਟਰ ਦੇ ਅਕੋਰਡਿੰਗ ਹੀ ਕਰਨਾ ਪੈਣਾ, ਈਵਨ ਇਫ ਟਵੀਟ ਦੇ ਵਿੱਚ ਉਹਨਾਂ ਨੇ ਕੀ ਆਪਣੀ ਦਲੀਲ ਦਿੱਤੀ ਹੈ ਗਵਰਨਰ ਨੇ, ਅਗੇਨ ਔਨ ਦੀ ਐਡਵਾਈਸ ਆਫ ਸੈਂਟਰ, ਕਿ ਟਵੀਟ ਜਿਹੜਾ ਹੈ ਉਹ ਪ੍ਰੋਪਰਲੀ ਜਿਹੜਾ ਇਹਨਾਂ ਨੇ ਨਹੀਂ ਕੀਤਾ, ਜਿਹਦੇ ਵਿੱਚ ਕੁਝ ਗਲਤ ਵਰਡਸ ਯੂਜ਼ ਕੀਤੇ ਗਏ। ਈਵਨ ਇਫ ਗਲਤ ਵਰਡਸ ਯੂਜ਼ ਕੀਤੇ ਗਏ, ਸਟਿਲ ਗਵਰਨਰ ਇਜ਼ ਬਾਉਂਡ ਬਾਏ ਏਡ ਐਂਡ ਐਡਵਾਈਸ ਆਫ ਕਾਊਂਸਲ ਆਫ ਮਿਨਿਸਟਰਸ। ਐਂਡ ਅਗਰ ਕੋਈ ਸੈਸ਼ਨ ਆਰਗੇਨਾਈਜ਼ ਕਰਨਾ ਚਾਹੇ, ਸਪੈਸ਼ਲੀ ਬਜਟ ਸੈਸ਼ਨ ਜਾਂ ਕੁਝ ਵੀ ਇੱਦਾਂ ਦਾ ਕੋਈ ਇੰਪੋਰਟੈਂਟ ਮੈਟਰ ਲਈ ਕਾਲ ਕੀਤੀ ਜਾਂਦੀ ਹੈ ਕਿ ਜੀ ਸੈਸ਼ਨ ਬੁਲਾਇਆ ਜਾਏ, ਤਾਂ ਹੀ ਕੈਨ ਨਾਟ ਸੇ ਨੋ ਟੂ ਇਟ। ਇਟ ਇਜ਼ ਅਨਕਨਸਟੀਟਿਊਸ਼ਨਲ। ਇਸੇ ਕਰਕੇ ਸੁਪਰੀਮ ਕੋਰਟ ਨੇ ਰਿਲੀਫ ਦਿੱਤਾ ਹੈ ਤੇ ਕਿਹਾ ਕਿ ਨਹੀਂ, ਜਲਦ ਤੋਂ ਜਲਦ ਜਿਹੜਾ ਸੱਤਰ ਬੁਲਾਇਆ ਜਾਏ ਤੇ ਇਹਦੇ ਤੇ ਡਿਸਕਸ਼ਨ ਕੀਤੀ ਜਾਏ। ਲਗਾਤਾਰ ਚਾਹੇ ਉਹ ਗਵਰਨਰ ਪੰਜਾਬ ਦੇ ਹੋਣ ਜਾਂ ਪੰਜਾਬ ਮਿਨਿਸਟਰ ਹੋਣ, ਚਾਹੇ ਕੋਈ ਹੋਰ ਹੋਵੇ, ਲਗਾਤਾਰ ਕਾਨੂੰਨ ਦੀਆਂ ਧੱਜੀਆਂ ਉੜਦੀਆਂ ਨਜ਼ਰ ਆਉਂਦੀਆਂ ਨੇ ਤੇ ਕਾਨੂੰਨ ਨੂੰ ਕੋਈ ਲੋਕ ਸਤਿਕਾਰ ਸਨਮਾਨ ਦਿੰਦੇ ਨਜ਼ਰ ਨਹੀਂ ਆਉਂਦੇ। ਕਿਉਂ ਲੱਗਦਾ? ਨਹੀਂ ਦੇਖੋ ਜੀ, ਜਿਹੜੇ ਇਸ ਵੇਲੇ ਡੈਮੋਕ੍ਰੇਸੀ ਹੈ ਨਾ, ਵਿਚ ਹੈਜ਼ ਬੀਨ ਐਸਟੈਬਲਿਸ਼ਡ ਇਨ ਪੀਪਲ ਵਿਲ, ਇਹ ਨਹੀਂ ਹੈਗਾ ਕਿ ਜਿੰਨੇ ਲੋਕ ਚੇਅਰ ਤੇ ਬੈਠੇ ਆ ਨਾ ਉਹ ਸਮਝਦੇ ਆ ਕਿ ਵੀ ਆਰ ਬੌਸ, ਦੇ ਆਰ ਨਾਟ ਬੌਸ। ਪੀਪਲ ਨਾਓ ਰਿਅਲਾਈਜ਼, ਅਰਲੀਅਰ ਇਨ 25 ਈਅਰ ਬੈਕ, ਜਦ ਤੁਸੀਂ 1975 ਦੀ ਜਿਹੜੀ ਐਮਰਜੈਂਸੀ ਦੀ ਗੱਲ ਕਰਦੇ ਆ, ਉਸ ਟਾਈਮ ਦੇ ਉੱਤੇ ਇਹ ਚੀਜ਼ ਸੀਗੀ ਕਿ ਉਦੋਂ ਕਹਿੰਦੇ ਸੀ ਜੀ ਸਾਡਾ ਜਿਹੜਾ ਜਨਰਲ ਪਬਲਿਕ ਹੈ ਉਹ ਐਨਲਾਈਟਡ ਨਹੀਂ ਹੈ। ਅੱਜ ਜਨਰਲ ਪਬਲਿਕ ਐਨਲਾਈਟਡ ਹੈ, ਚਾਹੇ ਉਹ ਕੋਈ ਲੇਬਰਰ ਹੈਗਾ, ਕੋਈ ਵੀ ਹੈ। ਇਸ ਵੇਲੇ ਪਬਲਿਕ ਜਿਹੜੀ ਹੈ ਉਹ ਪੂਰੀ ਆਪਣੇ ਰਾਈਟਸ ਲਈ ਅਵੇਅਰ ਹੈਗੀ ਹੈ, ਉਹਨਾਂ ਨੂੰ ਪਤਾ ਹੈ। ਤੇ ਇਹ ਹੁਣ ਜੇ ਧੱਕਾ ਕੋਈ ਵੀ ਚੇਅਰ ਤੇ ਬੈਠਾ ਬੰਦਾ ਕਰਦਾ, ਉਹ ਅਨਕਨਸਟੀਟਿਊਸ਼ਨਲ ਹੀ ਹੈ। ਉਹਨਾਂ ਨੂੰ ਹਾਰਮਨੀ ਲਈ ਨਾਲ ਕੰਮ ਕਰਨਾ ਪੈਣਾ। ਬੋਥ have to work with the harmony, with the respect and with the dignity of the constitution we are having here, and we should endorse it with we are duty bound, all the people. Yes. ਜਿਵੇਂ ਤੁਸੀਂ ਗੱਲ ਕੀਤੀ ਕਿ ਕਿੱਦਾਂ ਵਿਸ਼ਵਾਸ ਉੜਦਾ ਜਾ ਰਿਹਾ ਸਰ, ਇਹ ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਤੇ ਬਹੁਤ ਜ਼ਿਆਦਾ ਢੁਕਵਾਂ ਤੁਸੀਂ ਸਵਾਲ ਕੀਤਾ, ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਟ ਕੀਤਾ। ਦੇਖੋ ਸਰ, ਸਭ ਤੋਂ ਵੱਡਾ ਐਗਜ਼ਾਮਪਲ ਦੇਖੋ, ਸਾਡੀ ਪੰਜਾਬ ਸਰਕਾਰ ਡੇਲੀ ਇੱਕ ਸਟੇਟਮੈਂਟ ਦਿੰਦੀ ਹੈ, ਸਾਡੇ ਪੁਲਿਸ ਜਿਹੜਾ ਹੈ ਡੇਲੀ ਇੱਕ ਰਿਪੋਰਟ ਕੱਢਦੀ ਹੈ ਕਿ ਇੰਨੇ ਗੈਂਗਸਟਰ ਜਿਹੜੇ ਹੈ ਪੰਜਾਬ ਦੇ ਵਿੱਚ ਪਾਏ ਗਏ ਹੈ। ਬਟ ਕੀ ਅੰਮ੍ਰਿਤ ਭੁੱਲਰ ਦੇ ਉੱਤੇ ਕੋਈ ਡਿਸਕਸ਼ਨ ਕੀਤੀ ਗਈ? ਅੰਮ੍ਰਿਤਪਾਲ ਭੁੱਲਰ, ਕਿ ਅੰਮ੍ਰਿਤਪਾਲ ਭੁੱਲਰ ਜਿਹੜਾ AK-47 ਲੈ ਕੇ ਆਪਣੀ ਇੰਟਰਵਿਊਜ਼ ਕਰਦਾ ਹੈ, ਪੰਜਾਬ ਦੀ ਸ਼ਾਂਤੀ ਅਮਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹਨੂੰ ਗੈਂਗਸਟਰ ਦਾ ਤਬਕਾ ਦਿੱਤਾ ਗਿਆ? ਨਹੀਂ। ਕਿ ਪੰਜਾਬ ਸਰਕਾਰ ਡੇਲੀ ਗੈਂਗਸਟਰਾਂ ਦੀ ਲਿਸਟ ਕਢਵਾਉਂਦੀ ਹੈ ਪੁਲਿਸ ਤੋਂ, ਉਹਨਾਂ ਨੂੰ ਅਰੈਸਟ ਕਰਾਤਾ, ਕਦੀ ਕੋਈ ਗੈਂਗਸਟਰ ਮਾਰਤਾ ਜੀ, ਅਸੀਂ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ 'ਚ ਹਾਰਮਨੀ ਕ੍ਰੀਏਟ ਕਰ ਰਹੇ ਹਾਂ ਪੰਜਾਬ ਦੇ ਵਿੱਚ। ਕੀ ਅੰਮ੍ਰਿਤਪਾਲ ਭੁੱਲਰ ਤੇ ਕੋਈ ਐਕਸ਼ਨ ਹੋਇਆ? ਕੀ ਉਹਦੀ ਵੀਡੀਓਜ਼ ਦੇ ਉੱਤੇ ਕੋਈ ਕੇਸ ਹੋਇਆ? ਕੋਈ FIR ਰਜਿਸਟਰ ਹੋਈ ਉਹਦੇ ਤੇ? ਨਹੀਂ। ਕੀ ਇਹ ਸਾਡੇ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਉੱਤੇ ਵਿਸ਼ਵਾਸ ਉੱਠਣਾ ਨਹੀਂ ਹੈ? ਕੀ ਜਨਤਾ ਨਹੀਂ ਦੇਖ ਰਹੀ? ਕੀ ਪਬਲਿਕ ਨੂੰ ਨਹੀਂ ਪਤਾ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ? ਸੋ ਇਸ ਤਰ੍ਹਾਂ ਦੇ ਸਵਾਲਾਂ ਕਰਕੇ, ਇਸ ਤਰ੍ਹਾਂ ਦੀ ਵੀਡੀਓਜ਼ ਦੇਖ ਕੇ ਸਾਫ਼ ਨਜ਼ਰ ਆ ਰਿਹਾ ਕਿ ਸੈਂਟਰ ਦੀ ਸਪੋਰਟ ਇਹੋ ਜਿਹੇ ਲੋਕਾਂ ਨੂੰ ਹੈ। ਫੁੱਲੀ ਟ੍ਰੇਨਡ ਬੰਦਾ ਜਿਹੜਾ ਹੈ ਵੀਡੀਓਜ਼ ਦੇ ਵਿੱਚ ਬੋਲ ਰਿਹਾ, ਪੰਜਾਬ ਦੀ ਸਾਰੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਥੋਂ ਦੀ ਸਰਕਾਰ ਵੀ ਕੁਝ ਨਹੀਂ ਕਰ ਪਾ ਰਹੀ। ਐਮਰਜੈਂਸੀ ਦਾ ਦੌਰ ਜਿੱਦਾਂ ਕਿ ਮੈਡਮ ਨੇ ਚੱਕਿਆ, ਦੁਆਰਾ ਰਿਪੀਟ ਕੀਤਾ ਜਾ ਰਿਹਾ, ਦੁਆਰਾ ਹਿੰਦੂਆਂ ਨੂੰ ਡੇਂਜਰ ਹੋ ਗਿਆ। ਸਾਡੇ ਵਰਗੇ ਹਿੰਦੂਜ਼ ਨੂੰ ਪੰਜਾਬ ਦੇ ਵਿੱਚ ਜਿਹੜੇ ਮਾਈਨੋਰਿਟੀ ਮੰਨੇ ਜਾਂਦੇ ਪੰਜਾਬ ਦੇ ਵਿੱਚ, ਆਲਦੋ ਵੀ ਆਰ ਇਨ ਮੈਜੋਰਿਟੀ ਇਨ ਕੰਟਰੀ ਆਫ ਇੰਡੀਆ, ਬਟ ਇੱਥੇ ਅਸੀਂ ਹਜੇ ਵੀ ਮਾਈਨੋਰਿਟੀ 'ਚ ਹਾਂ। ਤੇ ਸਾਨੂੰ ਅੱਜ ਵੀ ਡੇਂਜਰ ਹੈ ਕਿ ਜਿੱਦਾਂ 1984 ਦੇ ਵਿੱਚ ਦੰਗੇ ਹੋਏ ਸੀ, ਦੁਆਰਾ ਨਾ ਹੋ ਜਾਣ। ਭਿੰਡਰਾਂ ਵਾਲਾ ਦੁਆਰਾ ਕ੍ਰੀਏਟ ਕੀਤਾ ਜਾ ਰਿਹਾ। ਡੈਫੀਨੇਟਲੀ ਇਹਦੇ ਨਾਲ ਜਿਹੜਾ ਸਾਡਾ ਸਾਰਾ ਇਸ ਟੌਪਿਕ ਤੇ ਵੀ ਆਪਾਂ ਜਿਹੜੀ ਗੱਲ ਕਰਾਂਗੇ, ਪਰ ਅੱਜ ਦਾ ਟੌਪਿਕ ਜਿਹੜਾ ਮੇਨ ਆਪਾਂ ਗੱਲ ਕਰ ਰਹੇ ਹਾਂ ਕਿ ਜਦ ਚਾਹੇ ਉਹ ਮੁੱਖ ਮੰਤਰੀ ਆਪਣੀ ਚੇਅਰ ਤੇ ਬੈਠੇ ਨੇ, ਚਾਹੇ ਗਵਰਨਰ ਆਪਣੀ ਚੇਅਰ ਤੇ ਬੈਠੇ ਨੇ, ਕੀ ਉਹਨਾਂ ਨੂੰ ਪਾਰਟੀ ਦੇ ਨੁਮਾਇੰਦੇ ਬਣ ਕੇ ਕੰਮ ਕਰਨਾ ਚਾਹੀਦਾ ਜਾਂ
ਮੁੱਖ ਮੰਤਰੀ ਨੂੰ ਮੁੱਖ ਮੰਤਰੀ ਬਣ ਕੇ ਤੇ ਗਵਰਨਰ ਨੂੰ ਗਵਰਨਰ ਬਣ ਕੇ ਕਰਨਾ ਚਾਹੀਦਾ? ਬਿਲਕੁਲ ਸਰ, ਦੇ ਆਰ ਬਾਉਂਡ ਬਾਏ ਦੀ ਅਥਾਰਟੀ ਗਿਵਨ ਅੰਡਰ ਦੀ ਕਨਸਟੀਟਿਊਸ਼ਨ ਆਫ ਇੰਡੀਆ। ਇਹ ਸਾਡੇ ਸੁਪਰੀਮ ਕੋਰਟ ਨੇ ਵੀ ਸਭ ਜਗ੍ਹਾ ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਹੈ ਕਿ will of people is supreme but subject to the Constitution of India. This is well established law given by Supreme Court way back I think 30 years ago। ਇਹ law ਆ ਚੁੱਕਾ ਸੀ, ਤਮਿਲਨਾਡੂ ਦਾ ਇੱਕ ਕੇਸ ਹੈ ਸਰ ਇਹ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਚਾਹੇ ਲੋਕਾਂ ਨੇ ਲੋਕਤੰਤਰ ਦੇ ਵਿੱਚ ਇਹ ਰਿਪਰੈਜ਼ੈਂਟੇਟਿਵਸ ਆਪਣੇ ਚੂਜ਼ ਕਰ ਦਿੱਤੇ ਆ, ਕੁਰਸੀ ਤੇ ਬਿਠਾਤੇ ਆ, ਬਟ ਸਟਿਲ they have to work subject to Constitution of India। ਜੋ ਸੰਵਿਧਾਨ ਦੇ ਵਿੱਚ ਲਿਖਿਆ ਹੈ ਗਵਰਨਰ ਡਿਊਟੀ ਬਾਉਂਡ ਹੈ, ਪਰ ਜਿਹੜਾ ਆਪਣਾ CM ਹੈ ਉਹ ਡਿਊਟੀ ਬਾਉਂਡ ਹੈ। ਉਹ ਜਸਟ ਬਿਕੋਜ਼ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਅਰੈਸਟ ਹੋ ਗਿਆ ਹੈ ਉਹਦੇ ਅਕੋਰਡਿੰਗ ਵੀ ਕੈਨ ਨਾਟ ਵਰਕ, ਵੀ ਹੈਵ ਟੂ ਵਰਕ ਅਕੋਰਡਿੰਗ ਟੂ ਪੀਪਲ ਆਫ ਪੰਜਾਬ। ਜੇ ਇੱਕ ਸਰਦਾਰ ਨੂੰ ਅਸੀਂ CM ਬਣਾਇਆ ਦੈਨ ਯੂ ਹੈਵ ਟੂ think about interest of people of ਪੰਜਾਬ, ਜਿੱਥੇ ਮੈਜੋਰਿਟੀ ਜਿਹੜੀ ਹੈ 6 ਦੀ ਹੈ। ਸੋ ਡੈਫੀਨੇਟਲੀ ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗ ਹੀ ਕੰਮ ਕਰਨਾ ਚਾਹੀਦਾ, ਨਾ ਕਿ ਇਹ ਦੇਖਣਾ ਚਾਹੀਦਾ ਸੈਂਟਰ ਸਾਨੂੰ ਤੰਗ ਕਰ ਰਹੀ ਹੈ, ਆਮ ਆਦਮੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਹੈ, ਕੌਣ ਸੁਪਰ CM ਹੈ, ਡਜ਼ਨਟ ਮੈਟਰ ਜੀ। ਤੁਹਾਨੂੰ ਕੁਰਸੀ ਤੇ ਬਿਠਾਇਆ ਗਿਆ, ਤੁਸੀਂ ਸੰਵਿਧਾਨ ਦੇ ਅਕੋਰਡਿੰਗ ਹੀ ਕੰਮ ਕਰਨਾ ਹੈ ਜੀ। ਤੁਸੀਂ ਕਿਵੇਂ ਦੇਖਦੇ ਹੋ ਦੋਨਾਂ ਦੀ ਪਾਵਰ ਨੂੰ, ਕਿ ਵਾਕਈ ਪਾਰਟੀ ਦੇ ਨੁਮਾਇੰਦੇ ਬਣਨਾ ਚਾਹੀਦਾ ਜਾਂ ਜਿਹੜਾ CM ਨੂੰ CM ਦੇ ਤੌਰ ਤੇ ਗਵਰਨਰ ਨੂੰ ਗਵਰਨਰ? ਨਾਓ ਦੇ ਆਰ ਐਟ ਦੀ ਕਨਸਟੀਟਿਊਸ਼ਨਲ ਪੋਸਟ, ਦੋਨੋਂ ਦੇ ਦੋਨੋਂ। CM ਵੀ ਜਿਹੜਾ ਹੈਗਾ ਉਹ ਕਾਉਂਸਲ ਆਫ ਮਿਨਿਸਟਰਸ ਦਾ ਹੈਡ ਹੈਗਾ, ਠੀਕ ਹੈ, ਚੀਫ ਮਿਨਿਸਟਰ, ਤੇ ਗਵਰਨਰਸ ਵੀ ਹੈ, ਉਹ ਵੀ ਇਸ ਵੇਲੇ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਹੈ। ਦੋਨੋਂ ਹੀ ਅੰਡਰ ਲਾਅ ਹੈਗੇ, ਦੇ ਹੈਵ ਟੂ ਵਰਕ ਅੰਡਰ ਦੀ ਫਰੇਮਵਰਕ ਆਫ ਦੀ ਲਾਅ। ਅਸੀਂ ਕਵਾਂਗੇ ਜੋ ਉਹਦੇ 'ਚ ਕੰਮ ਕਰਨਾ, ਪੀਪਲ ਵਿਲ ਇਜ਼ ਸੁਪਰੀਮ ਆਲਦੋ, ਬਟ ਦੇ ਹੈਵ ਟੂ ਵਰਕ ਅਕੋਰਡਿੰਗ ਟੂ ਕਨਸਟੀਟਿਊਸ਼ਨ। ਉਹਨਾਂ ਨੂੰ ਕਾਨੂੰਨ ਦੇ ਅੰਦਰ ਹੀ ਉਹਨਾਂ ਨੂੰ ਕੰਮ ਕਰਨਾ ਹੈ ਦੋਨਾਂ ਨੂੰ। ਇਹ ਹੈ ਕਿ ਹਾਂ ਦੇਖੋ, ਇਹ ਨਹੀਂ ਗੱਲ ਹੈਗੀ ਅਸੀਂ ਕਵਾਂਗੇ ਇਹ ਗੱਲ ਫੈਲਾਈ ਦਿਖਾਈ ਜਾ ਰਹੀ ਹੈ, ਕਰਾਈ ਜਾ ਰਹੀ ਹੈ। ਮਤਲਬ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਮੈਡਮ ਨੇ ਵੀ, ਹਾਂ ਜਿਹੜੇ ਹਿੰਦੂ ਸਾਡੇ ਭਰਾ ਨੇ ਅਸੀਂ ਇਕੱਠੇ ਹੀ ਰਹਿੰਦੇ ਹਾਂ ਸਾਰੇ ਕਿਤੇ, ਸਾਡੇ 'ਚ ਕੋਈ ਨਹੀਂ, ਇੱਕ ਫੈਮਿਲੀ 'ਚ ਹੀ ਜੋ ਹਿੰਦੂ ਵੀ ਹੈ ਸਿੱਖ ਵੀ ਹੈ, ਠੀਕ ਹੈ, ਇਹਦੇ 'ਚ ਕੋਈ ਨਹੀਂ। ਬਟ ਜਿਹੜਾ ਗੱਲ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਵੀ ਡਰ ਵਾਲੀ ਗੱਲ ਹੈ, ਉਹ ਤੇ ਬੜੀ ਗਲਤ ਗੱਲ ਹੈ। ਜੇ ਇਹ ਗੱਲ ਆ ਜੇ ਤਾਂ ਆਪਸ ਦੇ ਵਿੱਚ ਦੋਨੋਂ ਕਮਿਊਨਿਟੀਜ਼ ਜਾਂ ਅੱਜ ਦਾ ਮੁੱਦਾ ਆਪਣਾ ਇਹ ਹੈਗਾ ਵੀ ਕਾਨੂੰਨ ਕਿਸ ਤਰੀਕੇ ਦੇ confined with the on the law on this the subject, our subject is specifically given in this matter is ਕਿ ਦੋਨੋਂ ਜਿਹੜੀਆਂ ਬਾਡੀਜ਼ ਹੈਗੀਆਂ, ਗਵਰਨਰ ਐਜ਼ ਵੈਲ ਐਜ਼ CM ਆਫ ਪੰਜਾਬ ਨਾ, ਦੋਨੋਂ ਜਿਹੜੀਆਂ ਉਹਨਾਂ ਦੇ ਉਹ ਆਪਦੀ ਪਾਰਟੀ ਮੁਤਾਬਕ ਕੰਮ ਕਰਨਗੇ ਕਿ ਨਹੀਂ ਉਹ ਪਾਰਟੀ ਮੁਤਾਬਕ ਨਹੀਂ ਕੰਮ ਕਰਨਗੇ। ਦੇ ਹੈਵ ਟੂ ਵਰਕ ਅੰਡਰ ਦੀ ਕਨਸਟੀਟਿਊਸ਼ਨ, ਉਹ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ। ਆਈ ਐਗਰੀ ਵਿਦ ਯੂ ਮੈਡਮ। ਸਰ ਇਹੀ ਗੱਲ ਆਉਂਦੀ ਹੈ ਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਸਰ, ਇਹੀ ਸਭ ਤੋਂ ਵੱਡਾ ਚੈਲੰਜ ਹੈ ਕਿ ਕਿਵੇਂ ਸਰਕਾਰ ਨੂੰ ਜਿਹੜਾ ਹੈ, ਚਾਹੇ ਉਹ ਓਪੋਜ਼ਿਟ ਪਾਰਟੀ ਹੈ, ਸੈਂਟਰ ਦੇ ਵਿੱਚ ਕੋਈ ਹੋਰ ਪਾਰਟੀ ਹੈ, ਸਟੇਟ ਦੇ ਵਿੱਚ ਕੋਈ ਹੋਰ ਹੈ, ਕਿੱਦਾਂ ਬੈਲੈਂਸ ਬਣਾ ਕੇ ਚੱਲਣਾ ਹੈ, ਕਿੱਦਾਂ ਜਿਹੜਾ ਹੈ ਦੋਨੋਂ ਧਿਰਾਂ ਨੇ ਬੈਲੈਂਸ ਬਣਾਉਣਾ, ਇਹੀ ਤਾਂ ਚੈਲੰਜ ਹੈ। ਠੀਕ ਹੈ ਜੀ, ਜੋ ਕਨਸਟੀਟਿਊਸ਼ਨ ਦੇ ਅਕੋਰਡਿੰਗ ਜਿਹੜੀ ਵੀ ਡਿਗਨਿਟਰੀ ਹੈ, ਕੋਈ ਪੋਸਟ ਤੇ ਬੈਠਾ ਹੋਇਆ, ਡੈਫੀਨੇਟਲੀ ਉਹਨਾਂ ਨੂੰ ਬੈਲੈਂਸ ਬਣਾ ਕੇ ਹੀ ਕੰਮ ਕਰਨਾ ਪੈਣਾ ਹੈ। ਚਾਹੇ ਸੈਂਟਰ ਦੇ ਨਾਲ ਆਵਾਜ਼ ਖੜੀ ਕਰਕੇ, ਉੱਦਾਂ ਤਾਂ ਅਸੀਂ ਕਹਿੰਦੇ ਜੀ ਅਸੀਂ ਬੜੇ ਰੈਵੋਲੂਸ਼ਨਰੀ ਸਰਕਾਰ ਆਈ ਹੈ ਇਸ ਵਾਰ, ਤਾਂ ਉਹ ਕਿਉਂ ਡਰ ਰਹੀ ਹੈ ਸੈਂਟਰ ਨਾਲ ਲੜਨ ਤੋਂ? ਜਦੋਂ ਦਿੱਲੀ ਦੇ ਵਿੱਚ ਇੰਨੀ ਲੜਾਈ ਹੋ ਰਹੀ ਹੈ ਤਾਂ ਪੰਜਾਬ ਦੇ ਵਿੱਚ ਵੀ ਵੀ ਆਰ ਫਾਈਟਿੰਗ ਡਾਇਰੈਕਟਲੀ ਵਿਦ ਸੈਂਟਰਲ ਗਵਰਨਮੈਂਟ BJP, ਤਾਂ ਵਾਈ ਨਾਟ? ਸੋ ਇਹ ਤਾਂ ਟਾਸਕ ਹੈ, ਤਾਂ ਚੈਲੰਜ ਹੀ ਇਹੀ ਹੈ ਸਰਕਾਰ ਲਈ ਜੀ। ਸਰ ਸਾਡਾ ਜਦੋਂ ਇੰਡੀਆ ਆਜ਼ਾਦ ਹੋਇਆ, ਸਾਡੀ ਨੀਂਹ ਵੀ ਕਨਸਟੀਟਿਊਸ਼ਨ ਤੋਂ ਰੱਖੀ ਗਈ ਹੈ, ਤੇ ਕਨਸਟੀਟਿਊਸ਼ਨ 'ਚ ਸਾਡੇ ਸਿਟੀਜ਼ਨਸ ਦੇ ਰਾਈਟ ਬਾਰੇ ਦੱਸਿਆ ਗਿਆ ਹੈ। ਤਾਂ ਇਹ ਸਾਡੀ ਮਤਲਬ ਹਰ ਜਜਮੈਂਟ ਵੀ ਦੱਸਦੀ ਹੈ ਕਿ ਸਾਡੀ ਜਿਹੜੇ ਇੰਡੀਆ ਦੇ ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਹੈ, ਇਹ ਸੁਪਰੀਮ ਹੈ, ਸਾਡੀ ਜੁਡੀਸ਼ਰੀ ਨੂੰ ਪ੍ਰੋਟੈਕਟ ਕਰਦੀ ਹੈ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਗਵਰਨਰ ਹੈ ਜਾਂ CM ਹੈ, ਉਹਨਾਂ ਨੂੰ ਆਪਣੇ ਲਾਅ ਦੀ ਬਾਉਂਡਰੀ ਦੇ ਅੰਦਰ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਐਂਡ ਫॉर द वेलफेयर ऑफ देयर सिटीजन, चाहे वो कोई भी कास्टिज्म ਦੇ ਹੋ ਕੁਝ ਵੀ, ਬਿਕੋਜ਼ ਵੀ ਆਰ ਅ ਸੈਕੂਲਰ ਸਟੇਟ, ਹਮਾਰੇ ਸੈਕੂਲਰ ਨੇਸ਼ਨ ਹੈ, ਤਾਂ ਸਾਨੂੰ ਉਸ ਦੇ ਹਿਸਾਬ ਨਾਲ ਹੀ ਮਤਲਬ ਫॉर द वेलफेयर ऑफ आवर ਸਟੇਟ ਸਾਨੂੰ ਉਸੀ ਦੇ ਬਾਉਂਡਰੀ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ, ਨਾ ਕਿ ਉਹ ਆਪਣੀ ਪਾਵਰਸ ਨੂੰ ਮਿਸਯੂਜ਼ ਕਰਨਾ ਚਾਹੀਦਾ ਜਾਂ ਫਿਰ ਆਪਣਾ ਕੋਈ ਹੋਰ ਬੈਨੀਫਿਟ ਦੇਖਿਆ ਜਾਏ। ਕਨਸਟੀਟਿਊਸ਼ਨ ਸ਼ੁਰੂ ਹੀ ਇਸ ਤੋਂ ਹੁੰਦਾ, ਵੀ ਦੀ ਪੀਪਲ ਆਫ ਇੰਡੀਆ। ਅਸੀਂ ਜਿਹੜੇ ਹੈਗੇ ਲੋਕਾਂ ਨੇ ਆਪਣੇ ਆਪ ਨੂੰ ਇਹ ਕਨਸਟੀਟਿਊਸ਼ਨ ਦਿੱਤਾ। ਸੋ ਹਰ ਆਦਮੀ ਨੇ ਕਨਸਟੀਟਿਊਸ਼ਨ ਦੇ ਮੁਤਾਬਕ ਆਪਣੀ ਡਿਊਟੀ ਕਰਨੀ ਹੈ ਔਰ ਕਨਸਟੀਟਿਊਸ਼ਨ ਦੇ ਮੁਤਾਬਕ ਆਪਣੇ ਰਾਈਟਸ ਕਰਨੇ ਆ। ਰਾਈਟਸ ਔਰ ਡਿਊਟੀਜ਼ ਦੋਨੇ ਕੋਰਿਲੇਟਿਵ ਹੈ। ਜੇ ਇੱਕ ਬੰਦੇ ਕੋਲ ਰਾਈਟ ਹੈ ਤਾਂ ਦੂਸਰੇ ਦੀ ਡਿਊਟੀ ਵੀ ਹੈ ਉਹ।
ਸੋ ਇਸੇ ਤਰ੍ਹਾਂ ਜਿਹੜਾ ਜਿੱਦਾਂ ਸਾਰੇ ਬੰਦਿਆਂ ਨੇ ਇਹੀ ਕਿਹਾ ਕਿ ਗਵਰਨਰ ਦਾ ਵੀ ਕਸੂਰ ਹੈ, ਗਵਰਨਰ ਦਾ ਇਹ ਕਸੂਰ ਹੈ ਕਿ ਮੈਂ ਲੀਗਲ ਓਪੀਨੀਅਨ ਲੈਣਾ। ਭਾਈ ਲਾਅ ਇਜ਼ ਵੈਰੀ ਕਲੀਅਰ that you are to be guided by the decision of the cabinet। ਔਰ ਜਿੱਦਾਂ ਬਾਕੀ ਸਾਥੀਆਂ ਨੇ ਦੱਸਿਆ ਕਿ ਬਜਟ ਸੈਸ਼ਨ ਤੁਸੀਂ ਉਹਦੀ ਮੀਟਿੰਗ ਨਾ ਬੁਲਾਓ, ਇਹ ਗਲਤ ਹੈ। ਔਰ ਚੀਫ ਮਿਨਿਸਟਰ ਨੂੰ ਇਹ ਕਹਿ ਦਿੱਤਾ ਵੀ ਗਵਰਨਰ ਦੇ ਨਾਲ ਜਦੋਂ ਗੱਲ ਕਰਨੀ ਹੈਗੀ ਹੈ ਥੋੜ੍ਹੀ ਜਿਹੀ ਆਪਣੀ ਭਾਸ਼ਾ ਵੀ ਠੀਕ ਰੱਖੋ। ਬੜੀ ਸਿੱਧੀ ਗੱਲ ਹੈ। ਜਗਮੋਹਨ ਜੀ ਕੋਲ ਮੈਂ ਜਾਵਾਂਗਾ ਲਾਸਟ ਦੇ ਵਿੱਚ, ਉਹਨਾਂ ਦੀ ਟੀਮ ਅੱਜ ਸਾਡੇ ਨਾਲ ਸੀ, ਸਾਰੇ ਵਕੀਲ ਸਾਡੇ ਨਾਲ ਚਰਚਾ ਕਰ ਰਹੇ ਆ। ਜਗਮੋਹਨ ਜੀ ਜ਼ਰੂਰ ਜਿਹੜਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਲਾਸਟ ਦੇ ਵਿੱਚ, ਤੇ ਫਿਰ ਹੁਣ ਲੋਕ ਜਿਹੜੇ ਨੇ ਉਹ ਦੁਬਿਧਾ ਜ਼ਰੂਰ ਨੇ, ਉਹਨਾਂ ਨੂੰ ਲੱਗਦਾ ਕਿ ਇਹ ਦੋ ਆਪਸੀ ਹਾਈ ਪਾਵਰ ਦੋ ਲੜੀ ਜਾ ਰਹੀਆਂ ਨੇ, ਤੇ ਅਸੀਂ ਜਿਹੜਾ ਕਿਸ ਪਾਸੇ ਨੂੰ ਧਿਆਨ ਦਈਏ, ਕਿਸ ਪਾਸੇ ਨੂੰ ਚਾਹੀਏ। ਇਹਨੂੰ ਇੱਕ ਵਰਡ ਵਿੱਚ ਸਮ ਅਪ ਕੀਤਾ ਜਾ ਸਕਦਾ ਹੈ, ਕੁੱਕੜ ਖੇ ਉਡਾਈ ਸਿਰ ਆਪਣੇ ਭਾਈ। ਹੁਣ ਖੇ ਕਿਤੇ ਸਿਰੇ ਹੀ ਪਈ ਹੈ, ਇਹ ਦੇਖਣ ਵਾਲੀ ਚੀਜ਼ ਹੈ, ਇਹ ਪੰਜਾਬ ਦੇ ਲੋਕ ਦੱਸਣਗੇ। ਸੋ ਬਹੁਤ ਬਹੁਤ ਧੰਨਵਾਦ ਹੈ। ਤਮਾਮ ਜਿਹੜੀ ਟੀਮ ਸੀਗੀ ਸਾਡੇ ਨਾਲ ਮੌਜੂਦ ਸੀ। ਜਗਮੋਹਨ ਜੀ ਜਿਹੜੇ ਨੇ ਸੀਨੀਅਰ ਐਡਵੋਕੇਟ ਨੇ, ਉਹ ਤੇ ਉਹਨਾਂ ਦੇ ਤਮਾਮ ਜਿਹੜੇ ਵਕੀਲ ਨੇ ਨਾਲ ਅੱਜ ਮੌਜੂਦ ਸੀ ਹਾਈ ਕੋਰਟ ਦੇ ਵਿੱਚ। ਅਸੀਂ ਅੱਜ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਜੋ ਗਵਰਨਰ ਵਿਦ ਸੀਐਮ ਜਿਹੜੀ ਉਹ ਫਾਈਟ ਚੱਲ ਰਹੀ ਸੀਗੀ, ਜਿੱਥੇ ਕਿ ਹਾਲਾਂਕਿ ਜਿਹੜਾ ਆ ਮਾਨਯੋਗ ਸੁਪਰੀਮ ਕੋਰਟ ਨੇ ਉਸ ਉੱਤੇ ਵਿਰਾਮ ਲਾਇਆ, ਉਸ ਉੱਤੇ ਦੋਨਾਂ ਨੂੰ ਇਹ ਝਾੜ ਪਾਇਆ, ਦੋਨਾਂ ਨੂੰ ਨਸੀਹਤ ਦਿੱਤੀ ਹੈ ਤੇ ਕੰਮ ਕਰਨ ਦੇ ਸਹੀ ਤਰੀਕੇ ਬਾਰੇ ਜਾਣੂ ਕਰਾਇਆ ਆ। ਸੋ ਅੱਜ ਉਸ ਉੱਤੇ ਚਰਚਾ ਹੋਈ ਹੈ। ਫਿਲਹਾਲ ਜਿਹੜਾ ਹੁਣ ਪੰਜਾਬ ਦਾ ਬਜਟ ਸੈਸ਼ਨ ਹੋਵੇਗਾ, ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਨੇ ਇਸ ਉੱਤੇ, ਤੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਵੀ ਜਿਹੜਾ ਨਸੀਹਤ ਦਿੱਤੀ ਗਈ ਹੈ। ਮੰਡੋ ਟੀਵੀ ਪੰਜਾਬ ਦੇ ਨਾਲ ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ।